ਦੇਖੋ ਜੀ, ਦੀਪ ਸਿੱਧੂ ਦਾ ਜਨਮ ਦਿਨ ਇੱਥੇ ਮਨਾ ਕੇ ਅਸੀਂ ਸਰਕਾਰਾਂ ਨੂੰ ਇਹ ਦਿਖਾਉਣਾ ਚਾਹੁੰਦੇ ਹਾਂ ਕਿ ਜਿਹੜੀਆਂ ਸਰਕਾਰਾਂ ਕਹਿੰਦੀਆਂ ਨੇ ਕਿ ਅਸੀਂ ਅੱਤਵਾਦੀ ਹਾਂ ਨਾ, ਤੇ ਕੁਛ ਸਾਡੇ ਆਪਣੇ ਲੋਕ ਜਿਹੜੇ ਕਹਿੰਦੇ ਆ ਸਾਨੂੰ ਗਦਾਰ ਕਹਿੰਦੇ ਆ ਜਾਂ ਸਾਨੂੰ ਹੋਰ ਕਈ ਤਰ੍ਹਾਂ ਦੇ ਸਾਡੇ ਤੇ ਧੱਬੇ ਲਾਉਂਦੇ ਨੇ, ਉਹਨਾਂ ਨੂੰ ਇਹ ਦਿਖਾਉਣਾ ਚਾਹੁੰਦੇ ਆ ਕਿ ਅਸੀਂ ਮਨੁੱਖਤਾ ਦਾ ਭਲਾ ਕਰਨ ਵਾਲੇ ਆ, ਅਸੀਂ ਕੋਈ ਗਦਾਰ ਨਹੀਂ ਆ। ਜਿੱਥੇ ਦੀਪ ਸਿੱਧੂ ਦਾ ਜਨਮ ਦਿਨ ਸੁਖਮਨੀ ਸਾਹਿਬ ਜੀ ਦਾ ਪਾਠ ਰਖਾਇਆ ਹੋਇਆ, ਕੀਰਤਨ ਹੋਣ ਲੱਗੇ ਨੇ, ਤੇ ਉੱਥੇ ਹੀ ਨਾਲ ਦੀ ਨਾਲ ਜਿਹੜਾ ਖੂਨਦਾਨ ਕੈਂਪ ਇੱਥੇ ਹੀ ਨਹੀਂ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਜਗ੍ਹਾ 'ਤੇ ਵੱਖ-ਵੱਖ ਲੋਕ ਆਪਣੇ ਆਪ ਆਰਗੇਨਾਈਜ਼ ਕਰ ਰਹੇ ਨੇ ਤੇ ਵੱਖ-ਵੱਖ ਥਾਵਾਂ 'ਤੇ ਜਿਹੜਾ ਖੂਨਦਾਨ ਕੈਂਪ ਲੱਗ ਰਹੇ ਨੇ। ਕਿ ਜਿਸ ਤਰ੍ਹਾਂ ਲੱਖੇ ਵੀਰ ਨੂੰ ਅਸੀਂ ਪਿਆਰ ਕਰਦੇ ਹਾਂ, ਉੱਦਾਂ ਹੀ ਅਸੀਂ ਦੀਪ ਨੂੰ ਪਿਆਰ ਕਰਦੇ ਹਾਂ, ਕਿਉਂਕਿ ਉਹ ਸਾਡੇ ਹੱਕਾਂ ਦੀ ਗੱਲ ਕਰਦੇ ਨੇ। ਇਹ ਨਹੀਂ ਕਿ ਲੱਖਾ ਕੋਈ ਗੈਂਗਸਟਰ ਹੈ ਤੇ ਇਸ ਕਰਕੇ ਅਸੀਂ ਉਹਦੇ ਪਿੱਛੇ ਆ। ਇਹ ਨਹੀਂ ਕਿ ਦੀਪ ਸਿੱਧੂ ਇੱਕ ਫਿਲਮ ਸਟਾਰ ਆ ਤਾਂ ਅਸੀਂ ਉਹਦੇ ਕਰਕੇ ਤਾਂ ਕਰਕੇ ਉਹਦੇ ਪਿੱਛੇ ਤੁਰੇ ਫਿਰਦੇ ਹਾਂ, ਨਹੀਂ। ਕਿਸੇ ਦੇ ਬਰਾਬਰ ਜੇ ਭੱਜਿਆ ਨਾ ਜਾਵੇ ਤਾਂ ਲੋਕੀ ਸਮਝਦੇ ਆ ਵੀ ਉਹਨੂੰ ਆਪਾਂ ਲੱਤ ਲਾ ਕੇ ਸਿੱਟ ਲਈਏ। ਹੁਣ ਬਾਈ ਜਿੰਨਾ ਕੋਈ ਇਮਾਨਦਾਰ ਬੰਦਾ ਹੈ ਨਹੀਂਗਾ, ਨਾ ਹੀ ਉਹਨਾਂ ਕੋਈ ਪੜ੍ਹਿਆ ਲਿਖਿਆ, ਇਹ ਸੋਚਦੇ ਆ ਵੀ ਉੱਤੇ ਝੂਠੇ ਇਲਜ਼ਾਮ ਲਾ ਕੇ ਤੇ ਉਹਨੂੰ ਬਦਨਾਮ ਕੀਤਾ ਜਾਵੇ। ਬਾਈ ਅੰਦੋਲਨ ਨੂੰ ਨਾ ਏਕਤਾ ਦੀ ਲੋੜ ਆ। ਜਿੱਥੇ ਹੁਣ ਲੱਖੇ ਨੂੰ ਲਿਆ, ਇੱਦਾਂ ਦੀਪ ਨੂੰ ਵੀ ਲੈਣਾ ਚਾਹੀਦਾ, ਠੀਕ ਹੈ। ਤੇ ਜੇ ਏਕਾ ਹੋਊਗਾ, ਜਿੱਦਾਂ ਹੁਣ ਦੀਪ ਬਾਈ ਜਦੋਂ ਦਾ ਗਿਆ ਵਾਪਸ ਤੇ ਕਾਫੀ ਹੱਦ ਤੱਕ ਯੂਥ ਨਿਰਾਸ਼ ਹੋ ਕੇ ਚੱਲ ਗਿਆ। ਯੂਥ ਇਹ ਜਿਹੜੇ ਅੰਦੋਲਨ ਆ ਇਹਨੂੰ ਏਕੇ ਦੀ ਲੋੜ ਆ ਵੀ ਸਾਰੇ ਏਕਾ ਜਿਹੜਾ ਕਰਕੇ ਤਾਂ ਫੇਰ ਗਾਂ ਅਗਲਾ ਡਿਸੀਜਨ ਫੇਰ ਲੈਣ। ਕਈ ਐਕਸੀਡੈਂਟ ਵਗੈਰਾ ਵੀ ਸਾਡੇ ਇਸ ਧਰਨੇ 'ਚ ਹੁੰਦੇ, ਜਿਹਦੇ ਕਰਕੇ ਇੱਕ ਇੱਥੇ ਹਸਪੀਟਲ ਬਣਾਇਆ ਗਿਆ ਹੈ, ਕਿਸਾਨ ਹਸਪੀਟਲ। ਸੋ ਉਹਨਾਂ ਨੂੰ ਅਸੀਂ ਬਲੱਡ ਡੋਨੇਟ ਕੀਤਾ ਜਾ ਰਿਹਾ ਸਾਡੇ ਵੱਲੋਂ, ਤਾਂ ਕਿ ਜੋ ਵੀ ਇੱਥੇ ਕਿਸੇ ਵੀ ਸਾਡੇ ਕਿਸਾਨ ਨੂੰ ਲੋੜਵੰਦ ਨੂੰ ਲੋੜ ਹੋਵੇ ਤਾਂ ਕਿ ਉਹਨੂੰ ਆਪਾਂ ਬਲੱਡ ਚੜਾ ਸਕੀਏ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ। ਮੈਂ ਮਨਵਿੰਦਰ ਸਿੰਘ ਟਿਵਾਣਾ। ਪੰਜਾਬੀ ਐਕਟਰ ਦੀਪ ਸਿੱਧੂ, ਜਿਨ੍ਹਾਂ ਦਾ ਅੱਜ ਉਹਨਾਂ ਦੇ ਸਾਥੀਆਂ ਵੱਲੋਂ ਜਨਮ ਦਿਨ ਮਨਾਇਆ ਜਾ ਰਿਹਾ ਹੈ। ਜਨਮ ਦਿਨ ਨੂੰ ਮੁੱਖ ਰੱਖਦੇ ਹੋਏ ਸੁਖਮਨੀ ਸਾਹਿਬ ਦੇ ਪਾਠ ਨੇ ਜਿਹੜੇ ਉਹ ਕਰਵਾਏ ਗਏ ਨੇ, ਖੂਨਦਾਨ ਕੈਂਪ ਲਗਾਏ ਗਏ ਨੇ, ਪਾਣੀ ਦੀਆਂ ਛਬੀਲਾਂ ਲਗਾਈਆਂ ਗਈਆਂ ਨੇ, ਲੰਗਰ ਨੇ ਜਿਹੜੇ ਉਹ ਤਿਆਰ ਹੋ ਰਹੇ ਨੇ। ਵੱਡੀ ਗਿਣਤੀ ਦੇ ਵਿੱਚ ਨੌਜਵਾਨ, ਬਜ਼ੁਰਗ, ਮਹਿਲਾਵਾਂ ਅਤੇ ਨਿਹੰਗ ਸਿੰਘ ਜਥੇਬੰਦੀਆਂ ਇੱਥੇ ਪਹੁੰਚੀਆਂ ਨੇ। ਸਾਡੇ ਨਾਲ ਵੀਰ ਨੇ, ਉਹਨਾਂ ਨਾਲ ਗੱਲ ਕਰਾਂਗੇ। ਹਾਂਜੀ ਵੀਰ ਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਨਾਮ ਹੈ ਜੀ? ਗੁਰਪ੍ਰੀਤ ਸਿੰਘ। ਗੁਰਪ੍ਰੀਤ ਸਿੰਘ ਜੀ, ਕਿਸ ਤਰ੍ਹਾਂ ਦੇਖ ਰਹੇ ਹੋ ਤੁਸੀਂ ਅੱਜ ਦੀਪ ਸਿੱਧੂ ਦਾ ਜਨਮ ਦਿਨ ਹੈ ਜਿਹੜਾ ਇੱਥੇ ਮਨਾਇਆ ਜਾ ਰਿਹਾ ਹੈ, ਕੀ ਲੱਗ ਰਿਹਾ ਤੁਹਾਨੂੰ? ਦੇਖੋ ਜੀ, ਦੀਪ ਸਿੱਧੂ ਦਾ ਜਨਮ ਦਿਨ ਇੱਥੇ ਮਨਾ ਕੇ ਅਸੀਂ ਸਰਕਾਰਾਂ ਨੂੰ ਇਹ ਦਿਖਾਉਣਾ ਚਾਹੁੰਦੇ ਹਾਂ ਕਿ ਜਿਹੜੀਆਂ ਸਰਕਾਰਾਂ ਕਹਿੰਦੀਆਂ ਨੇ ਕਿ ਅਸੀਂ ਅੱਤਵਾਦੀ ਹਾਂ ਨਾ, ਤੇ ਕੁਛ ਸਾਡੇ ਆਪਣੇ ਲੋਕ ਜਿਹੜੇ ਕਹਿੰਦੇ ਆ ਸਾਨੂੰ ਗਦਾਰ ਕਹਿੰਦੇ ਆ ਜਾਂ ਸਾਨੂੰ ਹੋਰ ਕਈ ਤਰ੍ਹਾਂ ਦੇ ਸਾਡੇ ਤੇ ਧੱਬੇ ਲਾਉਂਦੇ ਨੇ, ਉਹਨਾਂ ਨੂੰ ਇਹ ਦਿਖਾਉਣਾ ਚਾਹੁੰਦੇ ਆ ਕਿ ਅਸੀਂ ਮਨੁੱਖਤਾ ਦਾ ਭਲਾ ਕਰਨ ਵਾਲੇ ਆ, ਅਸੀਂ ਕੋਈ ਗਦਾਰ ਨਹੀਂ ਆ, ਅਸੀਂ ਕੋਈ ਅੱਤਵਾਦੀ ਨਹੀਂ ਆ। ਮਨੁੱਖਤਾ ਦਾ ਭਲਾ ਸੋਚਣ ਵਾਸਤੇ ਦੇਖੋ, ਅਸੀਂ ਜਿੱਥੇ ਦੀਪ ਸਿੱਧੂ ਦਾ ਜਨਮ ਦਿਨ ਸੁਖਮਨੀ ਸਾਹਿਬ ਜੀ ਦਾ ਪਾਠ ਰਖਾਇਆ ਹੋਇਆ, ਕੀਰਤਨ ਹੋਣ ਲੱਗੇ ਨੇ, ਤੇ ਉੱਥੇ ਹੀ ਨਾਲ ਦੀ ਨਾਲ ਜਿਹੜਾ ਖੂਨਦਾਨ ਕੈਂਪ ਇੱਥੇ ਹੀ ਨਹੀਂ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਜਗ੍ਹਾ 'ਤੇ ਵੱਖ-ਵੱਖ ਲੋਕ ਆਪਣੇ ਆਪ ਆਰਗੇਨਾਈਜ਼ ਕਰ ਰਹੇ ਨੇ ਤੇ ਵੱਖ-ਵੱਖ ਥਾਵਾਂ 'ਤੇ ਜਿਹੜਾ ਖੂਨਦਾਨ ਕੈਂਪ ਲੱਗ ਰਹੇ ਨੇ। ਜੀ, ਕਿਸ ਤਰ੍ਹਾਂ ਦੇਖਦੇ ਹੋ ਜਥੇਬੰਦੀਆਂ ਦਾ ਜਿਹੜਾ ਵਤੀਰਾ, ਉਸ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ? ਜਿੱਦਾਂ ਦੀਆਂ ਉਹ ਬਿਆਨਬਾਜ਼ੀਆਂ ਕਰਦੀਆਂ ਨੇ, ਗਦਾਰ ਐਲਾਨਿਆ ਜਾਂਦਾ ਹੈ ਜਾਂ ਕਿਹਾ ਜਾਂਦਾ ਹੈ ਕਿ ਉਹ ਏਜੰਸੀਆਂ ਦੇ ਨੇ, ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਦੇਖੋ ਜੀ, ਬਹੁਤ ਲੰਮਾ ਸਮਾਂ ਉਡੀਕ ਕੀਤੀ ਨੌਜਵਾਨਾਂ ਨੇ ਕਿ ਪਹਿਲ ਨਹੀਂ ਕੀਤੀ, ਹੈ ਨਾ। ਆਮ ਨੌਜਵਾਨ ਵੀ ਸ਼ਾਂਤ ਰਹੇ, ਇਹਨਾਂ ਦੀਆਂ ਸੁਣਦੇ ਰਹੇ। ਫਿਰ 26 ਜਨਵਰੀ ਤੋਂ ਬਾਅਦ ਜਦੋਂ ਇਹ ਹੱਦੋਂ ਵਧੇ, ਹੈ ਨਾ, ਗਦਾਰ ਤੱਕ ਦੇ ਸਰਟੀਫਿਕੇਟ ਵੰਡ ਦਿੱਤੇ, ਫਿਰ ਜਾ ਕੇ ਆਮ ਲੋਕ ਥੋੜ੍ਹਾ ਬਹੁਤਾ ਬੋਲੇ। ਪਰ ਲੱਖਾ ਸਿਧਾਣਾ ਹੋਇਆ ਜਾਂ ਦੀਪ ਸਿੱਧੂ ਹੋਇਆ, ਉਹ ਫਿਰ ਵੀ ਨਹੀਂ ਬੋਲੇ। ਉਹ ਫਿਰ ਵੀ ਕਹਿੰਦੇ ਰਹੇ ਕਿ ਚਲੋ ਕੋਈ ਗੱਲ ਨਹੀਂ, ਜੋ ਵੀ ਕਹਿੰਦੇ ਆ ਕਹਿਣ ਦਿਓ, ਅਸੀਂ ਏਕਤਾ ਬਣਾ ਕੇ ਰੱਖਣੀ ਹੈ। ਤੇ ਹੁਣ ਵੀ ਏਕਤਾ ਤਾਂ ਹੋ ਰਹੀ ਹੈ, ਪਰ ਅਧੂਰੀ ਜੀ ਏਕਤਾ ਲੱਗਦੀ ਹੈ, ਕਿਉਂਕਿ ਉਹਦੇ ਵਿੱਚ ਦੀਪ ਸਿੱਧੂ ਦਾ ਨਾਮ ਨਹੀਂ ਆ ਰਿਹਾ, ਨਹੀਂ ਲਿਆ ਜਾ ਰਿਹਾ। ਤੇ ਜੇ ਲੱਖਾ ਵੀਰ ਵੀ ਆਉਂਦਾ ਸਟੇਜ ਦੇ ਉੱਤੇ, ਉਹਨੂੰ ਵੀ ਇਹੀ ਸਲਾਹ ਹੈ ਕਿ ਉਹ ਆਪਣੇ ਜਿਹੜਾ ਉਹਦਾ ਦੂਸਰਾ ਮੋਢਾ ਦੀਪ ਸਿੱਧੂ ਹੈ, ਕਿਉਂਕਿ ਜਿਸ ਤਰ੍ਹਾਂ ਲੱਖੇ ਵੀਰ ਨੂੰ ਅਸੀਂ ਪਿਆਰ ਕਰਦੇ ਹਾਂ, ਉੱਦਾਂ ਹੀ ਅਸੀਂ ਦੀਪ ਨੂੰ ਪਿਆਰ ਕਰਦੇ ਹਾਂ, ਕਿਉਂਕਿ ਉਹ ਸਾਡੇ ਹੱਕਾਂ ਦੀ ਗੱਲ ਕਰਦੇ ਨੇ। ਇਹ ਨਹੀਂ ਕਿ ਲੱਖਾ ਕੋਈ ਗੈਂਗਸਟਰ ਹੈ ਤੇ ਇਸ ਕਰਕੇ ਅਸੀਂ ਉਹਦੇ ਪਿੱਛੇ ਆ। ਇਹ ਨਹੀਂ ਕਿ ਦੀਪ ਸਿੱਧੂ ਇੱਕ ਫਿਲਮ ਸਟਾਰ ਆ ਤਾਂ ਅਸੀਂ ਉਹਦੇ ਕਰਕੇ ਤਾਂ ਕਰਕੇ ਉਹਦੇ ਪਿੱਛੇ ਤੁਰੇ ਫਿਰਦੇ ਹਾਂ, ਨਹੀਂ। ਮੈਂ ਦੀਪ ਸਿੱਧੂ ਦੀਆਂ ਫਿਲਮਾਂ ਦੇਖੀਆਂ ਹੀ ਨਹੀਂ, ਚਾਹੇ ਕੋਈ ਸਿੰਗਰ ਹੋਵੇ, ਅਸੀਂ ਕਿਸੇ ਦੇ ਫੈਨ ਨਹੀਂ ਆ। ਅਸੀਂ ਉਹਦੇ ਨਾਲ ਉਦੋਂ ਤੋਂ ਜੁੜੇ ਆ ਜਦੋਂ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਰਿਹਾ। ਲੱਖੇ ਨੂੰ ਮੈਂ ਉਹਦੇ ਤੋਂ ਪਹਿਲਾਂ ਨਹੀਂ ਸੀ ਜਾਣਦਾ, ਜਦੋਂ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਲੱਗਾ ਉਦੋਂ ਪਤਾ ਲੱਗਾ ਕਿ ਹਾਂ, ਨੌਜਵਾਨ ਉੱਠਿਆ ਹੈ ਜਿਹੜਾ ਮੌਤ ਦਾ ਡਰ ਭੌ ਛੱਡ ਕੇ, ਸਰਕਾਰਾਂ ਦੇ ਡਰ ਭੌ ਛੱਡ ਕੇ ਤੇ ਅੱਜ ਲੋਕਾਂ ਦੇ ਹੱਕਾਂ ਦੀ ਗੱਲ ਕਰ ਰਿਹਾ। ਹਾਂ, ਇਹਨਾਂ ਦੇ ਨਾਲ ਤੁਰਨਾ ਬਣਦਾ ਸਾਡਾ। ਪਰ ਕਿਹਾ ਜਾ ਰਿਹਾ ਹੈ ਕਿਤੇ ਨਾ ਕਿਤੇ ਕਿ ਉਹ ਬੀਜੇਪੀ ਨਾਲ ਰਹੇ ਨੇ, ਐਡ ਰਹੇ ਨੇ, ਤੇ ਉਹ ਬੀਜੇਪੀ ਦੇ ਬੰਦੇ ਨੇ, ਏਜੰਸੀਆਂ ਦੇ ਬੰਦੇ ਨੇ। ਉਹ ਕੀ ਲੱਗ ਰਿਹਾ ਤੁਹਾਨੂੰ? ਇਦਾਂ ਦੇ ਐਲਾਨ ਜ਼ਿਆਦਾ ਜਥੇਬੰਦੀਆਂ ਦੇ ਆਗੂ ਨੇ ਕੁਝ ਜਿਹੜੇ ਉਹ ਕਰ ਰਹੇ ਨੇ। ਕੌਣ ਬੀਜੇਪੀ ਦੇ ਬੰਦੇ? ਦੀਪ ਸਿੱਧੂ ਬਾਰੇ ਕਿਹਾ ਜਾ ਰਿਹਾ ਸਨੀ ਦਿਓਲ ਦੀ ਸਪੋਰਟ ਕੀਤੀ ਆ ਬੀਜੇਪੀ ਦੇ ਨਾਲ, ਸਮਰਥਨ ਆ ਉਹਨਾਂ। ਦੇਖੋ ਜੀ, ਗੱਲ ਪਿਛੋਕੜ ਦੀ ਹੁੰਦੀ ਨਾ। ਜੇ ਪਿਛੋਕੜ ਦੇਖੀਏ ਤਾਂ ਆਪਣੇ ਆਗੂ ਸਾਹਿਬਾਨਾਂ ਦੀਆਂ ਵੀ ਬਹੁਤ ਸਾਰਿਆਂ ਦੀਆਂ ਫੋਟੋਆਂ
ਕਿਸੇ ਨਾ ਕਿਸੇ ਪਾਰਟੀ ਨਾਲ ਹੋਣਗੀਆਂ ਹੈ ਨਾ, ਤੇ ਉਹ ਸਾਰਾ ਕੁਝ ਨੂੰ ਆਪਾਂ ਭੁਲਾ ਕੇ ਅੱਜ ਆਪਣਾ ਜਿਹੜਾ ਧਿਆਨ ਕੇਂਦਰਿਤ ਹੈ ਉਹ ਸਿਰਫ ਤੇ ਸਿਰਫ ਕਿਸਾਨ ਮੁੱਦੇ ਨਾਲ ਹੈ। ਦੀਪ ਸਿੱਧੂ ਦੀਆਂ ਫੋਟੋਆਂ ਦਾ ਉਹ ਸਪਸ਼ਟੀਕਰਨ ਦੇ ਚੁੱਕਾ ਹੈ ਕਿ ਉਦੋਂ ਉਹ ਪੰਜਾਬ ਦੇ ਸੰਘਰਸ਼ ਵਾਸਤੇ ਤੁਰਿਆ ਨਹੀਂ ਸੀ। ਜਦੋਂ ਦੀਆਂ ਫੋਟੋਆਂ ਨੇ, ਜੇ ਉਹ ਤੁਰਿਆ ਵੀ ਸੀ ਤੇ ਇੱਕ ਦੋਸਤ ਦੇ ਨਾਮ ਤੇ ਸਨੀ ਦਿਓਲ ਦੇ ਨਾਲ ਤੁਰਿਆ ਸੀ। ਤੇ ਉਸ ਤੋਂ ਬਾਅਦ ਜਦੋਂ ਉਹਨੂੰ ਪਤਾ ਲੱਗਾ ਕਿ ਇਹ ਜਿਹੜੀ ਰਾਜਨੀਤੀ ਹੈ ਕਿੱਡੀ ਡੂੰਘੀ ਖੱਡ ਹੈ ਤੇ ਕਿਹੋ ਜਿਹਾ ਮਾੜੇ ਹਾਲਾਤ ਨੇ ਰਾਜਨੀਤੀਆਂ ਦੇ ਵਿੱਚ, ਜਦੋਂ ਉਹਨੇ ਨੇੜੇ ਹੋ ਕੇ ਦੇਖਿਆ ਫਿਰ ਉਹ ਪਿੱਛੇ ਮੋੜ ਆਇਆ। ਫਿਰ ਉਹਨੇ ਆਖਿਆ ਕਿ ਨਹੀਂ, ਚਾਹੇ ਮੇਰਾ ਕੋਈ ਦੋਸਤ ਹੈ, ਚਾਹੇ ਕੋਈ ਵੀ ਹੈ ਨਾ, ਕਿਸੇ ਦੀ ਹਮਾਇਤ 'ਚ ਮੈਂ ਨਹੀਂ ਜਾਵਾਂਗਾ ਤੇ ਮੈਂ ਪੰਜਾਬ ਦੇ ਹੱਕਾਂ ਦੀ ਗੱਲ ਕਰਾਂਗਾ। ਅੱਜ ਉਹ ਪੰਜਾਬ ਦੇ ਹੱਕਾਂ ਦੀ ਗੱਲ ਕਰ ਰਿਹਾ। ਉਹ ਧਰਮ ਨਾਲ ਜੁੜੇ ਨੇ, ਸਿੱਖ ਧਰਮ ਦੀ ਗੱਲ ਕਰ ਰਹੇ ਨੇ, ਪੰਜਾਬ ਦੇ ਹੱਕਾਂ ਦੀ ਗੱਲ ਕਰ ਰਹੇ ਨੇ, ਪਰ ਕੀ ਲੱਗ ਰਿਹਾ, ਜ਼ਿਆਦਾਤਰ ਕਹਿ ਰਹੇ ਨੇ ਕਿ ਉਹ ਸਾਬਤ ਸੂਰਤ ਨਹੀਂ ਹੈਗੇ ਧਰਮ ਦੀ ਗੱਲ, ਉਹ ਵੈਸੇ ਹੀ ਕਰ ਰਹੇ ਨੇ। ਉਹਦੇ ਬਾਰੇ ਕੀ ਕਹੋਗੇ ਤੁਸੀਂ? ਦੇਖੋ ਜੀ, ਜ਼ਰੂਰੀ ਨਹੀਂ ਹੈ ਕਿ ਜੇ ਪੰਜਾਬ ਦੇ ਹੱਕਾਂ ਦੀ ਗੱਲ ਕਰਨੀ ਹੈ ਤਾਂ ਤੁਸੀਂ ਸਾਬਤ ਸੂਰਤ ਹੋ ਕੇ ਆਓ। ਜੇ ਕੋਈ ਹਿੰਦੂ ਵੀਰ ਉੱਠਦਾ ਹੈ ਉਹ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਹੈ, ਉਹ ਸਿੱਖਾਂ ਨਾਲ ਹੁੰਦੇ ਧੱਕਿਆਂ ਦੀ ਗੱਲ ਕਰਦਾ ਹੈ। ਜੇ ਕੋਈ ਮੁਸਲਮਾਨ ਵੀਰ ਉੱਠਦਾ ਹੈ ਤੇ ਇਸ ਤੋਂ ਪਹਿਲਾਂ ਕਿ ਅਸੀਂ ਉਹਨੂੰ ਕਹੀਏ ਕਿ ਤੂੰ ਸਿੱਖ ਬਣ ਕੇ ਫਿਰ ਸਿੱਖਾਂ ਦੇ ਹੱਕਾਂ ਦੀ ਗੱਲ ਕਰ, ਇਹ ਗੱਲ ਨਹੀਂ ਹੋ ਸਕਦੀ। ਜੇ ਦੀਪ ਵੀਰ ਉੱਠਿਆ ਹੈ ਤੇ ਇਹ ਸਾਡਾ ਇਤਿਹਾਸ ਬੋਲਦਾ ਹੈ ਕਿ ਬੜੇ ਲੋਕ ਇਸ ਤਰ੍ਹਾਂ ਦੇ ਹੋਏ ਨੇ। ਭਾਈ ਸੁੱਖਾ ਜੀ, ਭਾਈ ਜਿੰਦਾ ਜੀ, ਉਹਨਾਂ ਦਾ ਪਿਛੋਕੜ ਕਿਹੋ ਜਿਹਾ ਸੀ? ਉਹ ਵੀ ਪਹਿਲਾਂ ਨਸ਼ੇ ਕਰਦੇ ਹੁੰਦੇ ਸੀ, ਕਾਲਜਾਂ ਦੇ ਵਿੱਚ ਗੁੰਡਾਗਰਦੀਆਂ ਕਰਦੇ ਸੀ। ਜਦੋਂ ਉਹਨਾਂ ਨੂੰ ਇੱਕ ਚੰਗੀ ਸੇਧ ਮਿਲੀ, ਉਹ ਚੰਗੇ ਰਸਤੇ ਤੇ ਆਏ ਤੇ ਹੌਲੀ ਹੌਲੀ ਉਹ ਵੀ ਮਤਲਬ ਜਿਹੜਾ ਆ ਉਹ ਸਿੱਖੀ ਨਾਲ ਜੁੜ ਗਏ, ਉਹ ਸਿੱਖੀ ਨਾਲ ਪਿਆਰ ਕਰਨ ਲੱਗੇ। ਭਾਈ ਦਿਲਾਵਰ ਸਿੰਘ ਜੀ, ਉਹਨਾਂ ਦੇ ਵੀ ਕੇਸ ਕਤਲ ਸੀ, ਪਰ ਉਹ ਕੌਮ ਵਾਸਤੇ ਸ਼ਹੀਦੀ ਦੇ ਕੇ ਗਏ। ਇੰਨੀ ਵੱਡੀ ਕੁਰਬਾਨੀ ਕਰਕੇ ਗਏ ਨੇ, ਅੱਜ ਉਹ ਸਾਡੇ ਸਾਰਿਆਂ ਦੇ ਦਿਲਾਂ 'ਚ ਵਸਦੇ ਨੇ। ਤੇ ਜ਼ਰੂਰੀ ਨਹੀਂ ਕਿ ਜੇ ਜਿਹੜਾ ਕੁਰਬਾਨੀ ਕਰਨ ਵਾਲਾ ਹੈ ਜਾਂ ਪੰਜਾਬ ਦੇ ਹੱਕਾਂ ਲਈ ਲੜਨ ਵਾਲਾ, ਤਾਂ ਜੇ ਉਹ ਸਾਬਤ ਸੂਰਤ ਨਹੀਂ ਹੈ ਤਾਂ ਅਸੀਂ ਉਹਦੇ ਪਿੱਛੇ ਨਹੀਂ ਤੁਰ ਸਕਦੇ। ਠੀਕ ਹੈ, ਕੇਸਾਂ ਦੇ ਵਿੱਚ ਸਾਬਤ ਸੂਰਤ ਹੋਣਾ ਸਾਡਾ ਜਿਹੜਾ ਪਹਿਲਾ ਸਾਡਾ ਸਿੱਖੀ ਦਾ ਹੈਗਾ ਫਰਜ਼, ਤੇ ਉਹ ਵਾਹਿਗੁਰੂ ਕਿਰਪਾ ਕਰੇ ਉਹਨੂੰ ਉਸ ਰਸਤੇ ਤੇ ਲੈ ਕੇ ਆਵੇ, ਵੀਰ ਸਾਡਾ ਸਾਬਤ ਸੂਰਤ ਹੋਵੇ। ਅਸੀਂ ਇਹ ਬੜੀ ਸਾਨੂੰ ਖੁਸ਼ੀ ਹੋਵੇਗੀ। ਲੱਖਾ ਸਦਾਣਾ ਸਟੇਜ ਤੇ ਆ ਰਿਹਾ, ਸਮਰਥਨ ਕਰ ਰਹੀਆਂ ਨੇ ਜਥੇਬੰਦੀਆਂ ਕਿ ਆਉਣ ਵਾਲੇ ਟਾਈਮ 'ਚ ਜਦੋਂ ਦੀਪ ਸਿੱਧੂ ਰਿਹਾ ਹੋ ਕੇ ਆਉਂਦੇ ਨੇ ਤੇ ਉਹਨਾਂ ਨੂੰ ਵੀ ਨਾਲ ਜੋੜਿਆ ਜਾਊਗਾ ਜਥੇਬੰਦੀਆਂ ਨਾਲ, ਇਦਾਂ ਦੀਆਂ ਮੀਟਿੰਗਾਂ ਕੀਤੀਆਂ ਜਾਣਗੀਆਂ। ਦੇਖੋ ਜੀ, ਕੋਸ਼ਿਸ਼ਾਂ ਕਰਾਂਗੇ, ਪਰ ਮੈਨੂੰ ਲੱਗਦਾ ਕਿ ਜਿੱਡਾ ਕੱਦ ਦੀਪ ਸਿੱਧੂ ਦਾ ਨਾ, ਜਿੱਦਾਂ ਕੱਦ ਲੱਖੇ ਸਿਧਾਣੇ ਦਾ ਹੈ, ਸਾਨੂੰ ਜਥੇਬੰਦੀਆਂ ਦੇ ਤਰਲੇ ਕਰਨ ਦੀ ਲੋੜ ਨਹੀਂ ਹੈ ਕਿ ਦੀਪ ਸਿੱਧੂ ਨੂੰ ਨਾਲ ਜੋੜੋ। ਦੀਪ ਸਿੱਧੂ ਦਾ ਇੱਕ ਆਪਣਾ ਕੱਦ ਹੈ। ਦੀਪ ਸਿੱਧੂ ਜਿੱਥੇ ਵੀ ਬੈਠਾ ਹੋਊਗਾ ਨਾ, ਉੱਥੋਂ ਹੀ ਸਮਰਥਨ ਜਿਹੜਾ ਉਹ ਕਿਸਾਨ ਸੰਘਰਸ਼ ਨੂੰ ਦੇ ਸਕਦਾ ਹੈ। ਉਹ ਚਾਹੇ ਆਪਣੇ ਘਰ ਬੈਠਾ ਰਹੇ, ਚਾਹੇ ਉਹ ਪੰਜਾਬ 'ਚ ਪ੍ਰਚਾਰ ਕਰੇ, ਚਾਹੇ ਉਹ ਇੱਥੇ ਆਵੇ। ਪਹਿਲਾਂ ਵੀ ਉਹ ਇੱਥੇ ਬੈਠਾ ਰਿਹਾ 2 ਮਹੀਨੇ, ਉਹਨੇ ਨਹੀਂ ਕਿਹਾ ਮੈਂ ਸਟੇਜ ਤੇ ਜਾਣਾ, ਉਹਨੇ ਨਹੀਂ ਕਿਹਾ ਮੈਂ ਵੱਖਰੀ ਸਟੇਜ ਲਾਉਣੀ ਹੈ। ਅਸੀਂ ਕਹਿੰਦੇ ਰਹੇ ਹਾਂ, ਅਸੀਂ ਸਗੋਂ ਕਹਿੰਦੇ ਰਹੇ ਹਾਂ ਕਿ ਇਹ ਜਿੱਦਾਂ ਦੇ ਇਹਨਾਂ ਦੇ ਲੱਛਣ ਲੱਗਦੇ ਨੇ, ਕੱਲ ਨੂੰ ਸਾਨੂੰ ਇਸ ਚੀਜ਼ ਦੀਆਂ ਮੁਸ਼ਕਲਾਂ ਆਉਣਗੀਆਂ। ਉਹ ਮੁਸ਼ਕਲਾਂ ਆਈਆਂ ਵੀ, ਪਰ ਉਹਨੇ ਕਿਹਾ ਨਹੀਂ, ਮੈਂ ਵੱਖਰੀ ਸਟੇਜ ਨਹੀਂ ਲਾਉਣੀ। ਅਸੀਂ ਕਿਹਾ ਸਟੇਜਾਂ ਤੋਂ ਲੱਖਾਂ ਕਰੋੜਾਂ ਰੁਪਈਆ ਇਕੱਠਾ ਹੋ ਰਿਹਾ, ਇੱਕ ਦਿਨ ਦਾ 54 ਲੱਖ 55 ਲੱਖ ਅਸੀਂ ਗਿਣਦੇ ਰਹੇ ਹਾਂ ਕਿ ਸਟੇਜ ਤੋਂ ਇਕੱਠਾ ਹੋ ਰਿਹਾ। ਵੀਰ ਜੀ, ਲੋਕਾਂ ਨੂੰ ਕਹੋ ਕਿ ਇਹਨਾਂ ਨੂੰ ਪੈਸੇ ਨਾ ਦਿਓ, ਜੇ ਪੈਸੇ ਦੇਣੇ ਆ ਤੇ ਇੱਥੇ ਲੰਗਰਾਂ 'ਚ ਆ ਕੇ ਦਿਓ। ਜਿਹੜੇ ਲੋਕ ਮੀਂਹ ਦੇ ਵਿੱਚ ਭਿੱਜ ਰਹੇ ਨੇ, ਜਿਹੜੇ ਲੋਕ ਇੱਥੇ ਮੁਸ਼ਕਲਾਂ 'ਚ ਫਸੇ ਨੇ, ਜਿਹੜਾ ਰਸਤਾ ਸਾਰਾ ਖਰਾਬ ਹੋਇਆ ਹੈ, ਇੰਨੇ ਖੱਡੇ ਪਏ ਨੇ, ਲੋਕ ਗੱਡੀਆਂ ਬਣਾ ਰਹੇ ਨੇ, ਜੇ ਪੈਸਾ ਲਾਉਣਾ ਹੈ ਤੇ ਮੋਰਚੇ 'ਚ ਆ ਕੇ ਲਾਓ, ਇਹਨਾਂ ਨੂੰ ਨਾ ਪੈਸੇ ਦਿਓ। ਪਰ ਵੀਰ ਨੇ ਇਹੀ ਕਿਹਾ ਕਿ ਨਹੀਂ, ਆਪਾਂ ਇਹਨਾਂ ਮਸਲਿਆਂ 'ਚ ਨਹੀਂ ਪੈਣਾ, ਆਪਣਾ ਸਿਰਫ ਧਿਆਨ ਜਿਹੜਾ ਆ ਉਹ ਕਿਸਾਨ ਅੰਦੋਲਨ ਤੇ ਕੇਂਦਰਿਤ ਹੈ। ਉਹ ਇਹਨਾਂ ਗੱਲਾਂ 'ਚ ਨਹੀਂ ਫਸਿਆ ਤੇ ਹੁਣ ਵੀ ਜਦੋਂ ਆਊਗਾ ਤੇ ਉਹ ਜਿਸ ਤਰ੍ਹਾਂ ਵੀਰ ਫੈਸਲਾ ਲਊਗਾ ਉਸ ਤਰ੍ਹਾਂ ਅਸੀਂ ਉਹਨਾਂ ਦੇ ਨਾਲ ਆ ਸਾਰੇ। ਜੇ ਇੱਥੇ ਸਿੰਘੂ ਬਾਰਡਰ ਦੀ ਗੱਲ ਕੀਤੀ ਜਾਵੇ ਜਾਂ ਸੰਭੂ ਮੋਰਚੇ ਦੀ ਗੱਲ ਕੀਤੀ ਜਾਵੇ, ਵੱਡੀ ਗਿਣਤੀ 'ਚ ਨੌਜਵਾਨ ਉਹਨਾਂ ਦੇ ਸਮਰਥਕ ਮੌਜੂਦ ਸੀਗੇ। ਜਦੋਂ ਤੋਂ ਦੀਪ ਸਿੱਧੂ ਦੀ ਅਰੈਸਟ ਹੁੰਦੀ ਹੈ, ਇੱਥੋਂ ਕੋਈ ਨਾ ਕੋਈ ਸੁੰਨ ਸਰਾਏ ਜੀ ਲੱਗੀ ਹੈ, ਕਿਤੇ ਨਾ ਕਿਤੇ ਲੋਕਾਂ ਦੇ ਮਨ 'ਚ ਡਰ ਸੀਗਾ। ਕੀ ਗੱਲ ਸੀਗਾ? ਇੱਥੇ ਜਿਹੜੇ ਉਹਨਾਂ ਦੇ ਸਮਰਥਕ ਸੀਗੇ ਕੁਝ ਕੇ ਦੇਖਣ ਨੂੰ ਮਿਲਦੇ ਸੀਗੇ ਉਹਨਾਂ ਦੇ ਟੈਂਟ 'ਚ, ਕੀ ਕਹਿੰਦੇ ਹੋ ਇਹਦੇ ਬਾਰੇ? ਦੇਖੋ ਜੀ, ਉਹ ਸਾਰੇ ਇੱਥੇ ਹੀ ਸੀ ਤੇ ਜਿੱਦਾਂ ਪੁਲਿਸ ਦੇ ਛਾਪੇ ਵੱਜ ਰਹੇ ਸੀ ਹੈ ਨਾ, ਪੁਲਿਸ ਦੇ ਛਾਪੇ ਇੱਥੇ ਵੀ ਵੱਜੇ ਨੇ, ਅਸੀਂ ਵੀ ਇੱਥੇ ਰਹੇ ਹਾਂ। ਪਰ ਜਦੋਂ ਪੁਲਿਸ ਦਾ ਛਾਪਾ ਵੱਜਦਾ ਸੀ, ਪਤਾ ਲੱਗਦਾ ਸੀ, ਉਦੋਂ ਪਾਸੇ-ਆਸੇ ਹੋਣਾ ਹੀ ਬਿਹਤਰ ਸੀ, ਕਿਉਂਕਿ ਸਮੇਂ ਦੀ ਨਿਜਾਕਤ ਨੂੰ ਸਮਝਣਾ ਚਾਹੀਦਾ ਹੈ। ਕਿਉਂਕਿ ਜਦੋਂ ਇੱਕ ਸਾਡਾ ਬੰਦਾ ਅੰਦਰ ਚਲੇ ਗਿਆ ਤੇ ਜੇ ਅਸੀਂ ਵੀ ਇੱਥੇ ਬੈਠੇ ਰਹੀਏ ਡਟ ਕੇ ਨਹੀਂ ਅਸੀਂ ਇੱਥੇ ਹੀ ਰਹਿਣਾ ਹੈ, ਅੰਦੋਲਨ ਦੇ ਵਿੱਚ ਤਾਂ ਸੀ ਪਰ ਥੋੜਾ ਆਸੇ-ਪਾਸੇ ਸੀ ਟੈਂਟ ਦੇ ਵਿੱਚੋਂ, ਜੇ ਅਸੀਂ ਵੀ ਗ੍ਰਿਫਤਾਰ ਹੋ ਜਾਂਦੇ ਤਾਂ ਸਾਡੇ ਨਾਲ ਵੀ ਉਹੀ ਕੁਝ ਹੋਣਾ ਸੀ। ਤੇ ਫਿਰ ਇੱਕ ਵੀਰ ਤਾਂ ਅੰਦਰ ਸੀ, ਫਿਰ ਉਹਦੀ ਪੈਰਵਾਈ ਕਰਨ ਵਾਸਤੇ ਬਾਹਰ ਵੀ ਤਾਂ ਲੋਕ ਚਾਹੀਦੇ ਸੀ ਨਾ। ਜੀ ਜੀ, ਧੰਨਵਾਦ ਜੀ। ਸਾਡੇ ਨਾਲ ਹੋਰ ਵੀ ਵੀਰ ਨੇ, ਵੀਰ ਗੁਰਦੀਪ ਸਿੰਘ ਸੀਗੇ ਤੇ ਹੋਰ ਵੀ ਵੀਰ ਨੇ। ਹਾਂਜੀ ਵੀਰ ਜੀ, ਵੀਰ ਗੁਰਦੀਪ ਸਿੰਘ ਨੇ ਸਾਡੇ ਨਾਲ। ਹਾਂਜੀ ਗੁਰਦੀਪ ਸਿੰਘ ਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਕਹਾਂਗੇ ਜੀ ਅੱਜ ਦੀਪ ਸਿੱਧੂ ਵੀਰ ਦਾ ਜਿਹੜਾ ਜਨਮ ਦਿਨ ਆ, ਨੌਜਵਾਨਾਂ ਵੱਲੋਂ, ਬਜ਼ੁਰਗਾਂ ਵੱਲੋਂ, ਬੀਬੀਆਂ ਪਹੁੰਚੀਆਂ, ਨਿੰਗ ਸਿੰਘ ਜਥੇਬੰਦੀਆਂ ਪਹੁੰਚੀਆਂ ਨੇ, ਮਨਾਇਆ ਜਾ ਰਿਹਾ, ਕੀ ਕਹਾਂਗੇ? ਬਿਲਕੁਲ ਜੀ, ਬੜੀ ਖੁਸ਼ੀ ਵਾਲੀ ਗੱਲ ਆ ਕਿ ਅੱਜ ਅਸੀਂ ਸੰਘੂ ਬਾਰਡਰ ਤੇ ਜਿੱਥੇ ਬਾਕੀ ਸਾਰੇ ਪਵਿੱਤਰ ਤਿਉਹਾਰ ਮਨਾ ਰਹੇ ਹਾਂ, ਅੱਜ ਇੱਥੇ ਇਹ ਬਾਈ ਦੀਪ ਸਿੱਧੂ ਦੇ ਜਨਮ ਦਿਨ ਲਈ ਵੀ ਬੜੀ ਵੱਡਾ ਉਪਰਾਲਾ ਕੀਤਾ ਗਿਆ ਆ। ਸੁਖਮਨੀ ਸਾਹਿਬ ਦੇ ਪਾਠ ਹੋ ਰਹੇ ਆ, ਜਾਪ ਹੋ ਰਿਹਾ, ਕੀਰਤਨ ਜਥੇ ਕੀਰਤਨ ਕਰ ਰਹੇ ਆ
ਤੇ ਨੌਜਵਾਨਾਂ ਦੀ ਇਹ ਮੰਗ ਸੀਗੀ ਕਿ ਅਸੀਂ ਸੰਘੂ ਬਾਰਡਰ ਤੇ ਖੂਨਦਾਨ ਦਾ ਕੈਂਪ ਲਾਉਣਾ ਆ, ਤੇ ਵੀਰਾਂ ਨੇ ਕੱਲ ਹੀ ਉਪਰਾਲਾ ਕੀਤਾ ਇਹ, ਤੇ ਨੌਜਵਾਨ ਹੁਣ ਮਹਮਾ ਕੇ ਇੱਥੇ ਕਿ ਬੀਬੀਆਂ ਵੀ ਪਹੁੰਚਣ ਲੱਗ ਪਈਆਂ, ਕਹਿੰਦੀਆਂ ਅਸੀਂ ਵੀ ਬਲੱਡ ਡੋਨੇਟ ਕਰਨਾ ਆ। ਤੇ ਬੜਾ ਮੈਂ ਕਹਿੰਦਾ ਵੀ ਇਹ ਸੁਭਾਗਾ ਸਮਾਂ ਆ ਕਿ ਸਾਡੇ ਵੀਰ ਦਾ ਅੱਜ ਜਨਮ ਦਿਨ ਆ। ਅਸੀਂ ਉਹ ਵੀਰ ਸਾਡੇ ਵਿੱਚ ਨਹੀਂ ਹੈਗਾ, ਕਿਸੇ ਕਾਰਨ ਉਹ ਜੇਲ੍ਹ ਦੇ ਵਿੱਚ ਆ, ਹੋ ਸਕਦਾ ਕਿ ਥੋੜ੍ਹੇ ਦਿਨਾਂ ਦੇ ਵਿੱਚ ਸਾਡੇ ਵਿੱਚ ਆਵੇ। ਮੈਂ ਇਹੀ ਸਾਰੀਆਂ ਸੰਗਤਾਂ ਨੂੰ ਕਹਿੰਦਾ ਆ ਕਿ ਆਪਾਂ ਏਕਤਾ ਬਣਾ ਕੇ ਰੱਖਣੀ ਆ। ਜਦੋਂ ਵੀਰ ਬਾਹਰ ਆਉਂਦਾ ਆਪਾਂ ਫਿਰ ਰਲ ਕੇ ਇਹ ਜਿਹੜਾ ਸਾਡਾ ਅੰਦੋਲਨ ਆ ਇਹਦਾ ਆਪਾਂ ਸਾਥ ਦੇਣਾ ਆ, ਜਥੇਬੰਦੀਆਂ ਦੇ ਨਾਲ ਰਲ ਕੇ, ਕਿ ਅੰਦੋਲਨ ਜਿਹੜਾ ਆ ਸਾਡਾ ਸਿਖਰਾਂ ਤੇ ਪਹੁੰਚਿਆ ਆ। ਜਦੋਂ ਕੋਈ ਫਸਲ ਪੱਕ ਜਾਂਦੀ ਹੈ ਨਾ, ਉਹਨੂੰ ਫਲ ਲੱਗ ਜਾਂਦਾ ਤੇ ਉਹਨੂੰ ਡਰ ਹੁੰਦਾ ਕਿ ਕਿਤੇ ਪੱਕਿਆ ਫਲ ਟੁੱਟ ਕੇ ਥੱਲੇ ਨਾ ਡਿੱਗ ਪਵੇ। ਇਹੀ ਸਾਡਾ ਯੂਥ ਦਾ ਵੀ ਇਹੀ ਆ, ਰਲ ਮਿਲ ਕੇ ਆਪਾਂ ਜਿਹੜਾ ਇਹ ਅੰਦੋਲਨ ਆ ਇਹਨੂੰ ਸੰਭਾਲ ਕੇ ਜਿਹੜੇ ਇਹ ਕਾਲੇ ਕਾਨੂੰਨਾਂ ਵਾਸਤੇ ਸਾਡੀ ਜੰਗ ਲੱਗੀ ਆ, ਉਹ ਆਪਾਂ ਜੰਗ ਜਿੱਤ ਕੇ ਸਾਰੇ ਘਰ ਪਰਿਵਾਰ ਆਪਣੇ ਘਰਾਂ ਨੂੰ ਵਾਪਸ ਜਾਣ। ਅੰਦੋਲਨ ਦੀ ਰੂਪ ਰੇਖਾ ਹੁਣ ਕੀ ਹੈ, ਕਿੱਥੇ ਖੜਾ ਹੈ ਅੰਦੋਲਨ, ਕਿਸ ਤਰ੍ਹਾਂ ਦੇਖ ਰਹੇ ਹੋ? ਦੇਖੋ ਅੰਦੋਲਨ ਦਾ ਮੈਂ ਜਿੱਦਾਂ ਵੀਰ ਕਹਿ ਰਿਹਾ ਕਿ ਇਹ ਪੂਰਾ ਫਲ ਪੱਕਿਆ ਹੋਇਆ ਆ। ਹੁਣ ਥੋੜਾ ਜਿਹਾ 1 ਮਹੀਨੇ ਦੀ ਗਾਂ ਕਾਲ ਆ ਗਈ ਆ ਅਗਲੇ ਮਹੀਨੇ ਦੀ ਸਾਨੂੰ, ਵੀ ਆਪਾਂ ਸਦਨ ਪੈਦਲ ਯਾਤਰਾ ਕਰਨੀ, ਉੱਥੇ ਘਰੋਂ ਕਰਾਂਗੇ ਜਾ ਕੇ। ਪੰਜਾਬ ਦੀਆਂ ਸੰਗਤਾਂ ਸਾਰੀਆਂ ਬੜੀ ਉਹਨਾਂ ਨੂੰ ਖੁਸ਼ ਹੋਈਆਂ, ਉਹਨਾਂ ਦੇ ਫੋਨ ਆ ਰਹੇ ਆ ਕਿ ਅਸੀਂ ਵੀ ਸਾਨੂੰ ਕੋਈ ਜਥੇਬੰਦੀਆਂ ਨੇ ਪਲਾਨ ਦਿੱਤਾ, ਅਸੀਂ ਉਹ ਪਲਾਨ ਤੇ ਪੱਕੀ ਜਾਵਾਂਗੇ। ਕਿਉਂਕਿ ਛੋਟੇ ਪਲਾਨਾਂ ਤੋਂ ਜਿਹੜਾ ਯੂਥ ਸੀਗਾ ਉਹ ਖੁਸ਼ ਨਹੀਂ ਸੀਗਾ, ਕਿ ਪਹਿਲਾਂ ਜਿੱਦਾਂ ਦਿੱਲੀ ਉਹ ਪਰੇਡ ਦਾ ਸੀਗਾ, ਉਹਨਾਂ ਦੇ ਜੋਸ਼ ਪਾਇਆ ਸੀਗਾ, ਹੁਣ ਇੱਦਾਂ ਹੀ ਸਦਨ ਦਾ ਜੋਸ਼ ਆ। ਮੈਂ ਚਾਹੁੰਦਾ ਕਿ ਜੇ ਜਥੇਬੰਦੀਆਂ ਨੇ ਐਡਾ ਵੱਡਾ ਪਲਾਨ ਕੀਤਾ ਆ ਕਿ ਆਪਾਂ ਸਦਨ ਨੂੰ ਜਾਣਾ, ਪਰ ਉਹਨੂੰ ਪਹਿਲਾਂ ਪਲਾਨ ਕਰਨਾ ਚਾਹੀਦਾ, ਉਹਨੂੰ ਵੀ ਅੱਗੇ ਵਾਲਾ ਕੋਈ ਇਦਾਂ ਦੀ ਅਨਸਰ ਨਾ ਆ ਜਾਵੇ ਵਿੱਚ ਵੀ ਜਿਹੜਾ ਸਾਡੇ ਯੂਥ ਨੂੰ ਬਦਨਾਮ ਆਣ ਕੇ ਕਰ ਦੇਵੇ। ਕਿਉਂਕਿ ਇਹ ਹੋਈ ਉੱਥੇ ਸ਼ਰਾਰਤ ਆ, ਲੇਕਿਨ ਬਦਨਾਮ ਯੂਥ ਹੋ ਗਿਆ। ਮੈਂ ਚਾਹੁੰਦਾ ਗਾਂ ਵੀ ਜਿਹੜਾ ਪਲਾਨ ਕੀਤਾ ਉਹਦੇ ਵਿੱਚ ਕੋਈ ਯੂਥ ਨੂੰ ਕੋਈ ਕਲੰਕ ਨਾ ਲੱਗੇ। ਬਜ਼ੁਰਗ ਜਿਹੜੇ ਕਹਿੰਦੇ ਆ ਕਿ ਅਸੀਂ ਸਿਆਣੇ ਆ, ਵਧੀਆ ਤਰੀਕੇ ਨਾਲ ਕਰਾਂਗੇ, ਅਸੀਂ ਉਹ ਬਜ਼ੁਰਗਾਂ ਨੂੰ ਬੇਨਤੀ ਕਰਦੇ ਆ ਕਿ ਯੂਥ ਨੂੰ ਆਪਣੇ ਨਾਲ ਰੱਖ ਕੇ ਉਹਨੂੰ ਪੂਰੇ ਪਲਾਨ ਦੇ ਨਾਲ ਜਿਹੜਾ ਆਪਾਂ ਅਗਲੇ ਮਹੀਨੇ ਦਿੱਲੀ ਜਾਣ ਦਾ ਮਾਰਚ ਆ ਸਾਡਾ, ਉਹਨੂੰ ਆਪਾਂ ਸਫਲ ਬਣਾਈਏ। ਧੰਨਵਾਦ ਜੀ। ਵੀਰ ਨੇ ਸਾਡੇ ਨਾਲ। ਹਾਂਜੀ ਵੀਰ ਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਸ ਤਰ੍ਹਾਂ ਦੇਖ ਰਹੇ ਹੋ ਜੀ ਅੱਜ ਜਿਹੜਾ ਦੀਪ ਸਿੱਧੂ ਵੀਰ ਦਾ ਜਨਮ ਦਿਨ ਹੈ ਇੱਥੇ ਮਨਾਇਆ ਜਾ ਰਿਹਾ ਹੈ ਸਿੰਘੂ ਬਾਰਡਰ ਤੇ? ਦੇਖੋ ਜੀ, ਇਹ ਬਹੁਤ ਵਧੀਆ ਇੱਕ ਉਪਰਾਲਾ ਹੈ। ਅਸੀਂ ਇੱਕ ਸੰਯੁਕਤ ਮੋਰਚੇ ਦੀ ਚੜ੍ਹਦੀ ਕਲਾ ਲਈ ਵੀ ਅਰਦਾਸ ਬੇਨਤੀ ਕੀਤੀ ਜਾ ਰਹੀ, ਔਰ ਅਸੀਂ ਅੱਜ ਇੱਥੇ ਇਕੱਠੇ ਹੋ ਕੇ ਜਿਹੜਾ ਉਪਰਾਲਾ ਕੀਤਾ, ਇੱਕ ਪਾਠ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ ਆ ਦੀਪ ਸਿੱਧੂ ਵੀਰ ਨੂੰ ਲੈ ਕੇ ਵੀ ਉਹਨਾਂ ਦੀ ਜਲਦੀ ਰਿਹਾਈ ਹੋਵੇ, ਕਿਉਂਕਿ ਉਹਨਾਂ ਦਾ ਇੱਕ ਅਹਿਮ ਰੋਲ ਹੈ ਇਸ ਸੰਘਰਸ਼ ਦੇ ਵਿੱਚ। ਜਿੰਨੀਆਂ ਕਿਸਾਨ ਜਥੇਬੰਦੀਆਂ ਨੂੰ ਇੱਥੋਂ ਤੱਕ ਲੈ ਕੇ ਆਉਣ 'ਚ, ਸ਼ੁਰੂ ਤੋਂ ਲੈ ਕੇ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ 'ਚ, ਉਹਨਾਂ ਨੂੰ ਇਕੱਠਾ ਕਰਨ 'ਚ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਸੀਗਾ। ਔਰ ਬਹੁਤ ਵਧੀਆ ਇਹ ਇੱਕ ਇੱਥੇ ਖੂਨਦਾਨ ਕੈਂਪ ਵੀ ਲਗਾਇਆ ਗਿਆ, ਬਹੁਤ ਵਧੀਆ ਸੋਚ ਹੈ ਇਹ। ਤੇ ਪੰਜਾਬ ਦੇ ਹੋਰ ਵੀ ਬਹੁਤ ਜਗ੍ਹਾ ਤੇ ਖੂਨਦਾਨ ਕੈਂਪ ਲਗਾਏ ਗਏ ਅੱਜ ਦੀਪ ਸਿੱਧੂ ਦੇ ਜਨਮ ਦਿਹਾੜੇ ਵਾਲੇ ਦਿਨ। ਅਸੀਂ ਇਹੀ ਬੇਨਤੀ ਕਰਦੇ ਹਾਂ ਕਿ ਉਹ ਜਲਦੀ ਸਾਡਾ ਵੀਰ ਹੈ ਜਿਹੜਾ ਸਾਡੇ ਵਿੱਚ ਹੋਵੇ। ਔਰ ਨੌਜਵਾਨਾਂ ਨੂੰ ਵੀ ਇਹ ਬੇਨਤੀ ਹੈ ਕੋਈ ਆਪਾਂ ਅਜਿਹੇ ਬਿਆਨ ਨਾ ਦਈਏ ਕਿਉਂਕਿ ਗੱਡੀ ਹੈ ਜਿਹੜੀ ਮਸਾਂ ਲੀਹ 'ਤੇ ਲੈ ਕੇ ਆਏ। ਸੰਘਰਸ਼ ਹੁਣ ਆਖਰੀ ਪੜਾਅ ਦੇ ਵਿੱਚ ਹੈ, ਔਰ ਸਾਨੂੰ ਬਹੁਤ ਸੋਚ ਸਮਝ ਕੇ ਇਸ ਟਾਈਮ ਕੰਮ ਲੈਣ ਦੀ ਲੋੜ ਹੈ, ਕਿਉਂਕਿ ਜਥੇਬੰਦੀਆਂ ਕਿਤੇ ਨਾ ਕਿਤੇ ਯੂਥ ਤੋਂ ਨਾਰਾਜ਼ ਸੀਗੀਆਂ। ਉਹ ਜਿਹੜਾ ਗੈਪ ਹੈ ਬਾਪੂ ਹਰਦੀਪ ਸਿੰਘ ਡਿਪਟੀ ਦੀ ਇੱਕ ਕੋਸ਼ਿਸ਼ ਸਦਕਾ ਅੱਜ ਥੋੜ੍ਹਾ ਜਿਹਾ ਉਹ ਪੂਰਤੀ ਹੋਈ ਹੈ। ਤੇ ਸਾਡਾ ਹੱਥ ਜੋੜ ਕੇ ਬੇਨਤੀ ਹੈ ਸਾਰੇ ਨੌਜਵਾਨ ਵੀਰਾਂ ਨੂੰ ਕਿ ਆਪਾਂ ਕਿਤੇ ਵੀ ਕੋਈ ਇਹੋ ਜਿਹਾ ਬਿਆਨ ਨਹੀਂ ਦੇਣਾ ਕਿ ਜਿਹਦੇ ਨਾਲ ਜਿਹੜੀਆਂ ਇਹ ਜਿਹੜਾ ਗੈਪ ਕਵਰ ਕੀਤਾ ਅਸੀਂ ਉਸ ਤੋਂ ਅਸੀਂ ਬਹੁਤ ਟਾਈਮ ਲੱਗ ਗਿਆ ਸਾਨੂੰ ਉਹ ਪੂਰਤੀ ਕਰਨ 'ਚ। ਕਿਉਂਕਿ ਜੇ ਅਸੀਂ ਅੱਜ ਫਿਰ ਕੋਈ ਨੌਜਵਾਨ ਪਾਸਿਓਂ ਆ ਕੇ ਵੀ ਕੋਈ ਸ਼ਰਾਰਤੀ ਅਨਸਰ ਕੁਛ ਇਹੋ ਜਿਹਾ ਕਰ ਜਾਂਦਾ ਤਾਂ ਅਸੀਂ ਫਿਰ ਬਹੁਤ ਪਿੱਛੇ ਚਲੇ ਜਾਵਾਂਗੇ। ਤੇ ਸਾਨੂੰ ਧਿਆਨ ਰੱਖਣ ਦੀ ਵੀ ਲੋੜ ਆ ਨਾਲ, ਕਿਉਂਕਿ ਹੁਣ ਮਈ ਦੇ ਫਸਟ ਵੀਕ ਦੀ ਸ਼ਾਇਦ ਕਾਲ ਹੈ ਸੰਸਦ ਘੇਰਨ ਦੀ, ਤਾਂ ਇੱਕ ਚਲੋ ਬਹੁਤ ਵਧੀਆ ਕਾਲ ਹੈ, ਕਿਉਂਕਿ ਉਦੋਂ ਤੱਕ ਅਸੀਂ ਆਪਦੀ ਪੂਰੀ ਤਿਆਰੀ ਵੀ ਕਰ ਲਵਾਂਗੇ। ਔਰ ਜੋ ਵੀ ਪਲੈਨਿੰਗ ਕਰਨੀ ਹੋਊਗੀ ਇਹਦੇ ਸੰਬੰਧੀ ਅਸੀਂ ਜਥੇਬੰਦੀਆਂ ਨੂੰ ਮਿਲ ਕੇ, ਉਹਨਾਂ ਨਾਲ ਆਗੂਆਂ ਨਾਲ ਮਿਲ ਕੇ ਅਸੀਂ ਪੂਰੀ ਵਧੀਆ ਤਰੀਕੇ ਨਾਲ ਤਿਆਰੀ ਕਰਾਂਗੇ। ਕਿਉਂਕਿ ਅਸੀਂ ਪਹਿਲਾਂ ਵੀ ਦੇਖ ਚੁੱਕੇ ਜੋ 26 ਜਨਵਰੀ ਨੂੰ ਹੋਇਆ, ਅਜਿਹਾ ਕੁਛ ਨਾ ਹੋਵੇ। ਅਸੀਂ ਪੂਰੀ ਤਿਆਰੀ ਨਾਲ ਸੰਸਦ ਘੇਰਾਂਗੇ। ਜੀ ਧੰਨਵਾਦ ਜੀ। ਸਾਡੇ ਨਾਲ ਹੋਰ ਵੀ ਵੀਰ ਨੇ। ਵੀਰ ਸਾਡੇ ਨਾਲ ਮਨਜੀਤ ਸਿੰਘ ਨੇ ਕਰਤਾਰਪੁਰ ਤੋਂ। ਹਾਂਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ। ਵੀਰ ਜੀ, ਕਿਸ ਤਰ੍ਹਾਂ ਲੱਗ ਰਿਹਾ ਅੱਜ ਜਿਹੜਾ ਇੱਥੇ ਵੱਡੀ ਗਿਣਤੀ 'ਚ ਸੰਗਤਾਂ ਪਹੁੰਚੀਆਂ ਨੇ ਵੀਰ ਦੀਪ ਸਿੱਧੂ ਦਾ ਜਨਮ ਦਿਨ ਜਿਹੜਾ ਮਨਾਇਆ ਜਾ ਰਿਹਾ? ਬਹੁਤ ਵਧੀਆ ਲੱਗ ਰਿਹਾ ਜੀ। ਸਾਰੇ ਪੰਜਾਬ ਦੇ ਵਿੱਚ ਮਨਾਉਣ ਦਾ, ਜਿੱਦਾਂ ਹਰੇਕ ਥਾਂ ਸੁਖਮਨੀ ਸਾਹਿਬ ਦਾ ਪਾਠ ਤੇ ਆਪਣੇ ਬਲੱਡ ਡੋਨੇਟ ਕੈਂਪ ਲੱਗੇ ਹੋਏ ਨੇ ਸਾਰੀਆਂ ਜ਼ਿਲ੍ਹਿਆਂ 'ਚ ਤਕਰੀਬਨ। ਹਾਂਜੀ, ਤਾਂ ਬਹੁਤ ਵਧੀਆ ਲੱਗ ਰਿਹਾ, ਜਿੱਦਾਂ ਸਾਰਿਆਂ ਨੇ ਬਹੁਤ ਵਧੀਆ ਰਿਸਪੌਂਸ ਦਿੱਤਾ।
ਕਿ ਬਾਈ ਲਗਜ਼ਰੀ ਲਾਈਫ ਛੱਡ ਕੇ ਆਇਆ ਤੇ ਲੋਕਾਂ ਨੇ ਇਹ ਗੱਲ ਨੂੰ ਸਮਝਿਆ ਕਿ ਬਾਈ ਇਮਾਨਦਾਰ ਬੰਦਾ ਆ। ਇਸ ਕਰਕੇ ਸਾਰਿਆਂ ਨੇ ਆਪੋ ਆਪਣੀ ਜਗ੍ਹਾ ਆਪਣਾ ਆਪਣਾ ਫਰਜ਼ ਸਮਝਦੇ ਹੋਏ ਸਾਰਿਆਂ ਨੇ ਸਾਰੇ ਪੰਜਾਬ ਚ ਲਵਾਏ ਹੋਏ ਨੇ ਬਾਈ ਜੀ। ਕੀ ਲੱਗ ਰਿਹਾ ਹੈ ਜਿੱਦਾਂ ਜਥੇਬੰਦੀਆਂ ਐਲਾਨ ਕਰਦੀਆਂ ਨੇ, ਸਟੇਜਾਂ ਤੋਂ ਕਿਹਾ ਜਾਂਦਾ ਹੈ ਕਿ ਨਹੀਂ ਏਜੰਸੀਆਂ ਦੇ ਬੰਦੇ ਨੇ, ਗਦਾਰ ਨੇ, ਸਾਡੇ ਅੰਦੋਲਨ ਨਾਲ ਗਦਾਰੀ ਕੀਤੀ, ਉਸ ਨੂੰ ਕਿਸ ਤਰ੍ਹਾਂ ਦੇਖਦੇ? ਨਹੀਂ ਬਾਈ, ਉਹ ਤਾਂ ਹੁਣ ਲੋਕਾਂ ਨੂੰ ਪਤਾ ਹੀ ਲੱਗ ਗਿਆ। ਬਾਈ ਜੇਲ੍ਹ 'ਚ ਵੀ ਜਾਇਆ ਹੈ ਨਾ, ਜੇਲ੍ਹ ਦੇ ਵਿੱਚ ਹੀ ਆ ਹੁਣ ਵੀ। ਉਹ ਤਾਂ ਜਿੱਦਾਂ ਕਿਸੇ ਦੇ ਬਰਾਬਰ ਜੇ ਭੱਜਿਆ ਨਾ ਜਾਵੇ ਤਾਂ ਲੋਕੀ ਸਮਝਦੇ ਆ ਵੀ ਉਹਨੂੰ ਆਪਾਂ ਲੱਤ ਲਾ ਕੇ ਸਿੱਟ ਲਈਏ। ਹੁਣ ਬਾਈ ਜਿੰਨਾ ਕੋਈ ਇਮਾਨਦਾਰ ਬੰਦਾ ਹੈ ਨਹੀਂਗਾ, ਨਾ ਹੀ ਉਹਨਾਂ ਕੋਈ ਪੜ੍ਹਿਆ ਲਿਖਿਆ। ਇਹ ਸੋਚਦੇ ਆ ਵੀ ਉੱਤੇ ਝੂਠੇ ਇਲਜ਼ਾਮ ਲਾ ਕੇ ਤੇ ਉਹਨੂੰ ਬਦਨਾਮ ਕੀਤਾ ਜਾਵੇ। ਤਾਂ ਕਰਕੇ ਹਰੇਕ ਹੁਣ ਤਾਂ ਕਾਫੀ ਹੱਦ ਤੱਕ ਸਹਿਮਤ ਹੋ ਗਏ ਨੇ, ਥੋੜ੍ਹੇ ਜਿਹੇ ਰਹਿ ਗਏ ਨੇ ਜਿਹੜੇ ਆ ਜਥੇਬੰਦੀਆਂ ਦੇ ਆ ਜਿਹੜੇ ਇਲਜ਼ਾਮ ਲਾਉਂਦੇ ਆ। ਇਹ ਵੀ ਸੁਧਰ ਜਾਣਗੇ ਹੌਲੀ ਹੌਲੀ ਬਾਈ, ਕੋਈ ਚੱਕਰ ਨਹੀਂ। ਕਿ ਤੁਸੀਂ ਕਦੋਂ ਤੋਂ ਜਾਣਦੇ ਹੋ ਦੀਪ ਸਿੱਧੂ ਬਾਈ ਨੂੰ? ਬਾਈ ਮੈਂ 2-3 ਸਾਲ ਤੋਂ ਜਾਣਦਾ। ਹਾਂਜੀ ਬਾਈ, ਬਹੁਤ ਵਧੀਆ ਬੰਦਾ, ਬਹੁਤ ਇਮਾਨਦਾਰ ਬੰਦਾ। ਹਾਂਜੀ। ਕੀ ਲੋੜ ਪਈ, ਕਿਉਂਕਿ ਹੋਰ ਵੀ ਕਈ ਆਗੂ ਨੇ ਜਿਹੜੇ ਕਿਸਾਨੀ ਅੰਦੋਲਨ 'ਚ ਯੋਗਦਾਨ ਪਾ ਰਹੇ ਨੇ, ਲੱਖਾਂ ਹੋਰ ਵੀ ਕਾਫੀ ਆਗੂ ਨੇ। ਇਹ ਕੀ ਜ਼ਰੂਰਤ ਪਈ ਹੈ ਵੀ ਆਪਾਂ ਨੂੰ ਉਹਨਾਂ ਦਾ ਜਨਮ ਦਿਨ ਜਿਹੜਾ ਹੈ ਵੱਡੀ ਧੂਮਧਾਮ ਨਾਲ ਮਨਾਉਣਾ ਪੈ ਰਿਹਾ, ਇਸ ਦਾ ਕਾਰਨ ਕੀ ਹੈ? ਨਹੀਂ ਬਾਈ, ਧੂਮਧਾਮ ਨਾਲ ਨਹੀਂ, ਜਿੱਦਾਂ ਬਾਈ ਦਾ ਆਪਣਾ ਵੀ ਥੋੜਾ ਜਿਹਾ ਇਹ ਹੈਗਾ ਆ ਕਿ ਸਮਾਜ ਦੀ ਸੇਵਾ ਲਈ, ਉਹਦੇ ਕਰਕੇ ਫਿਰ ਥਾਂ ਥਾਂ ਤੇ ਖੂਨਦਾਨ ਕੈਂਪ ਲਵਾਏ ਆ ਤੇ ਨਾਲ ਸੁਖਮਨੀ ਸਾਹਿਬ ਦਾ ਪਾਠ ਆ। ਹਾਂ। ਤੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਜਿੱਦਾਂ ਅੰਦੋਲਨ ਚੱਲ ਰਿਹਾ, ਅੰਦੋਲਨ ਨੂੰ ਹੁਣ ਕਿਸ ਚੀਜ਼ ਦੀ ਲੋੜ ਆ, ਕਿੱਥੇ ਖੜਾ ਹੈ ਅੰਦੋਲਨ? ਬਾਈ ਅੰਦੋਲਨ ਨੂੰ ਨਾ ਏਕਤਾ ਦੀ ਲੋੜ ਆ। ਜਿੱਥੇ ਹੁਣ ਲੱਖੇ ਨੂੰ ਲਿਆ, ਇਦਾਂ ਦੀਪ ਨੂੰ ਵੀ ਲੈਣਾ ਚਾਹੀਦਾ, ਠੀਕ ਹੈ। ਤੇ ਜੇ ਏਕਾ ਹੋਊਗਾ, ਜਿੱਦਾਂ ਹੁਣ ਦੀਪ ਬਾਈ ਜਦੋਂ ਦਾ ਗਿਆ ਵਾਪਸ ਤੇ ਕਾਫੀ ਹੱਦ ਤੱਕ ਯੂਥ ਨਿਰਾਸ਼ ਹੋ ਕੇ ਚੱਲ ਗਿਆ। ਯੂਥ ਇਹ ਜਿਹੜੇ ਅੰਦੋਲਨ ਆ ਨੂੰ ਏਕੇ ਦੀ ਲੋੜ ਆ ਵੀ ਸਾਰੇ ਏਕਾ ਜਿਹੜਾ ਕਰਕੇ ਤਾਂ ਫੇਰ ਗਾਂ ਅਗਲਾ ਡਿਸੀਜਨ ਫੇਰ ਲੈਣ। ਜੇ ਗੱਲ ਕਰੀਏ ਵੀਰ ਜੀ ਸੰਭੂ ਮੋਰਚੇ ਦੀ ਜਾਂ ਇੱਥੇ ਸਿੰਘੂ ਬਾਰਡਰ ਦੀ, ਵੱਡੀ ਗਿਣਤੀ 'ਚ ਨੌਜਵਾਨ ਬਜ਼ੁਰਗ ਦੀਪ ਦੇ ਪੰਡਾਲਾਂ ਦੇ ਵਿੱਚ ਦਿਖਦੇ ਸੀਗੇ। ਸੱਪੀ ਤੋਂ ਬਾਅਦ ਉਹ ਜਿਹੜੀ ਰੌਣਕਾਂ ਸੀਗੀਆਂ ਉਹ ਗਾਇਬ ਹੋ ਗਈਆਂ, ਕਿਤੇ ਨਾ ਕਿਤੇ ਨੌਜਵਾਨ ਇੱਥੇ ਦਿਖੇ ਨਹੀਂ। ਸੁਣਨਾ ਪਿਆ ਸੀਗਾ ਟੈਂਟ, ਨੌਜਵਾਨ ਇੱਥੋਂ ਚਲੇ ਗਏ ਸੀਗੇ। ਕੀ ਲੱਗ ਰਿਹਾ ਉਹ ਕੋਈ ਪ੍ਰਸ਼ਾਸਨ ਦਾ ਡਰ ਸੀਗਾ ਜਾਂ ਲੋਕ ਉਹਨਾਂ ਨਾਲ ਇੱਕ ਫਿਲਮੀ ਐਕਟਰ ਹੋਣ ਦੇ ਨਾਲ ਜੁੜੇ ਸੀਗੇ, ਸੈਲਫੀਆਂ ਕਰਾਉਣੇ ਆਉਂਦੇ ਸੀਗੇ? ਇਹ ਕੀ ਲੱਗ ਰਿਹਾ ਤੁਹਾਨੂੰ? ਨਹੀਂ ਬਾਈ, ਇੱਥੋਂ ਗਿਆ ਤਾਂ ਕੋਈ ਵੀ ਨਹੀਂ, ਸਾਰੇ ਇੱਥੇ ਸੀਗੇ, ਠੀਕ ਹੈ ਨਾ। ਇਹ 26 ਤੋਂ ਬਾਅਦ ਵੀ ਆ ਮੁੰਡੇ ਹੋਣੀ ਸਾਰੇ ਇੱਥੇ, ਅਸੀਂ ਵੀ ਆਉਂਦੇ ਰਹੇ। ਅਸੀਂ ਵੀ ਥੋੜਾ ਉਧਰ ਬਾਈ ਦੇ ਕਰਕੇ ਥੋੜਾ ਉਧਰ ਬਿਜ਼ੀ ਹੋ ਗਏ। ਬਾਕੀ ਯੂਥ ਤਾਂ ਇੱਥੇ ਇਦਾਂ ਨਹੀਂ ਹੋਇਆ ਵੀ ਛੱਡ ਕੇ ਚੱਲ ਗਏ ਜਾਂ ਕਿੱਦਾਂ। ਲੰਗਰ ਪਹਿਲੇ ਦਿਨ ਤੋਂ ਚੱਲਦਾ ਸੀ, ਹੁਣ ਵੀ ਚੱਲਦਾ। ਉਹ ਤਾਂ ਹੁਣ ਲੋਕੀ ਮਨ ਘੜਤ ਕਹਾਣੀਆਂ ਜੋ ਮਰਜ਼ੀ ਬਣਾਈ ਜਾਣ, ਪਹਿਲੇ ਦਿਨ ਤੋਂ ਚੱਲਦਾ। ਯੂਥ ਉੱਦਾਂ ਹੀ ਆਉਂਦਾ ਇੱਥੇ, ਖਾਸ ਕਰਕੇ ਆਉਂਦਾ। ਹਾਂ, ਮੋਰਚੇ 'ਚ ਸਾਰੇ ਮੋਰਚੇ ਦੇ ਵਿੱਚ ਯੂਥ ਜ਼ਰੂਰ ਨਿਰਾਸ਼ ਹੋਇਆ ਵੀ ਇਹਨਾਂ ਨੇ ਜਿੱਦਾਂ ਯੂਥ ਨਾਲ ਸਹੀ ਨਹੀਂ ਸੀ ਪਹਿਲਾਂ ਕੀਤਾ, ਬਟ ਹੁਣ ਇਹ ਆਪਣੀਆਂ ਗਲਤੀਆਂ ਮੰਨ ਰਹੇ ਹੌਲੀ ਹੌਲੀ। ਹਾਂਜੀ। ਕੀ ਲੱਗ ਰਿਹਾ ਬਾਈ ਜੀ, ਕਦੋਂ ਬਾਹਰ ਆ ਜਾਣਗੇ? ਕੀ ਲੱਗ ਰਿਹਾ ਜੀ? ਜਿਹੜੀ ਹੁਣ 8 ਤਰੀਕ ਪਈ ਆ, ਪਰ ਜਿੱਦਾਂ ਹੁਣ ਕੱਲ ਸੀਗੀ ਤੇ ਜਿਹੜਾ ਜੱਜ ਸੀਗਾ ਉਹ ਬੈਠਾ ਹੀ ਨਹੀਂ, ਉਹ ਛੁੱਟੀ ਦੇ। ਜੇਤੋਂ ਵੀ ਬਾਈ ਦਾ ਕੇਸ ਜਾਂਦਾ ਉਹ ਜੱਜ ਛੁੱਟੀ ਤੇ ਚਲੇ ਜਾਂਦਾ ਹਨਾ। ਹੁਣ 8 ਤਰੀਕ ਨੂੰ ਦੇਖੋ, ਜੇ ਮਹਾਰਾਜ ਨੇ ਸੁੱਖ ਰੱਖੀ ਤਾਂ ਜ਼ਰੂਰ ਜਿੱਦਾਂ ਆਊਗਾ। ਇਹ ਸਰਕਾਰਾਂ ਚਾਹੁੰਦੀਆਂ ਨਹੀਂ ਗੀਆਂ ਕਿ ਉਹ ਬਾਹਰ ਆਵੇ ਜਾਂ ਕਿੱਦਾਂ ਹਨਾ, ਪਰ ਹੁਣ ਸਾਨੂੰ ਆਸ ਹੈ ਕਿ ਸ਼ਾਇਦ 8 ਤਰੀਕ ਨੂੰ ਬਾਬੇ ਦੀ ਕਿਰਪਾ ਨਾਲ ਬਾਹਰ ਆ ਜਾਵੇ ਵੀ ਜੇ ਜੱਜ ਸਾਹਿਬ ਉੱਥੇ ਬੈਠਾ, ਕਿਉਂਕਿ ਇਹਨਾਂ ਦੇ ਅਗੇਂਸਟ ਤਾਂ ਕੋਈ ਵੀ ਪ੍ਰੂਫ ਨਹੀਂ ਹੈਗਾ ਦੀਪ ਬਾਈ ਦੇ। ਹਾਂਜੀ। ਧੰਨਵਾਦ ਜੀ। ਹਾਂਜੀ, ਇਹ ਸਨ ਵੀਰ ਮਨਜੀਤ ਸਿੰਘ ਕਰਤਾਰਪੁਰ, ਜੋ ਕਿ ਇੱਥੇ ਜਿਹੜੀ ਦੇਖ ਰੇਖ ਆ ਉਹ ਕਰ ਰਹੇ ਨੇ। ਸਾਡੇ ਨਾਲ ਹੋਰ ਵੀ ਵੀਰ ਨੇ ਇੱਥੇ, ਉਹਨਾਂ ਨਾਲ ਵੀ ਗੱਲ ਕਰਾਂਗੇ। ਹਾਂਜੀ ਵੀਰ ਜੀ, ਕੀ ਨਾਮ ਹੈ ਜੀ? ਗੁਰਮੀਤ ਸਿੰਘ। ਖੂਨਦਾਨ ਕੀਤਾ ਤੁਸੀਂ? ਹਾਂਜੀ। ਕਿਸ ਤਰ੍ਹਾਂ ਲੱਗ ਰਿਹਾ ਤੁਹਾਨੂੰ? ਬਹੁਤ ਵਧੀਆ ਜੀ। ਮੈਂ ਪਹਿਲੇ ਵੀ ਕਾਫੀ ਵਾਰੀ ਖੂਨਦਾਨ ਕੀਤਾ ਸੀਗਾ ਔਰ ਕਾਫੀ ਥਾਂ ਤੇ ਜਿਨ੍ਹਾਂ ਨੂੰ ਲੋੜ ਪੈਂਦੀ ਸੀਗੀ ਮੈਂ ਉੱਥੇ ਜਾ ਕੇ ਬਲੱਡ ਡੋਨੇਟ ਕਰਕੇ ਆਇਆ ਸੀਗਾ। ਔਰ ਇਸ ਵਕਤ ਸਾਡੇ ਕਈ ਬਜ਼ੁਰਗ ਆ ਔਰ ਕਈ ਐਕਸੀਡੈਂਟ ਵਗੈਰਾ ਵੀ ਸਾਡੇ ਇਸ ਧਰਨੇ 'ਚ ਹੁੰਦੇ, ਜਿਹਦੇ ਕਰਕੇ ਇੱਕ ਇੱਥੇ ਹਸਪੀਟਲ ਬਣਾਇਆ ਗਿਆ ਹੈ, ਕਿਸਾਨ ਹਸਪੀਟਲ। ਸੋ ਉਹਨਾਂ ਨੂੰ ਅਸੀਂ ਬਲੱਡ ਡੋਨੇਟ ਕੀਤਾ ਜਾ ਰਿਹਾ ਸਾਡੇ ਵੱਲੋਂ, ਤਾਂ ਕਿ ਜੋ ਵੀ ਇੱਥੇ ਕਿਸੇ ਵੀ ਸਾਡੇ ਕਿਸਾਨ ਨੂੰ ਲੋੜਵੰਦ ਨੂੰ ਲੋੜ ਹੋਵੇ ਤਾਂ ਕਿ ਉਹਨੂੰ ਆਪਾਂ ਬਲੱਡ ਚੜਾ ਸਕੀਏ। ਇਸ ਕਰਕੇ ਖੂਨਦਾਨ ਕੈਂਪ ਲਗਾਇਆ ਸੀ। ਨਾਲੇ ਦੀਪ ਬਾਈ ਹੁਣਾਂ ਦਾ ਬਰਥਡੇ ਸੀਗਾ, ਤਾਂ ਕਰਕੇ ਖੂਨਦਾਨ ਕੈਂਪ ਲਗਾਇਆ ਸੀ। ਚਲੋ ਕੁਝ ਉਹਨਾਂ ਕਰਕੇ, ਕੁਝ ਆਪਣੇ ਕਿਸਾਨ ਹਸਪੀਟਲ ਕਰਕੇ, ਤਾਂ ਕਿ ਆਪਣੇ ਜੋ ਕਈ ਮਰੀਜ਼ ਬਹੁਤ ਜ਼ਿਆਦਾ ਸੀਰੀਅਸਲੀ ਹੋ ਜਾਂਦੇ ਆ ਤੇ ਉਹਨਾਂ ਨੂੰ ਫਿਰ ਆਪਾਂ ਖੂਨਦਾਨ ਕਰਕੇ ਆਪਾਂ ਬਚਾ ਸਕੀਏ, ਤਾਂ ਕਿ ਕਿਉਂਕਿ ਆਪਣਾ ਤੇ ਯੰਗ ਬਲੱਡ ਆ, ਫਿਰ ਵਾਪਸ ਆਜੂ ਹੋਰ 2 ਦਿਨਾਂ ਤੱਕ ਪੂਰਾ ਹੋ ਜਾਂਦਾ ਬਲੱਡ। ਸੋ ਇਸ ਕਰਕੇ ਇਹੀ ਹਾਂਜੀ ਕਰ ਰਹੇ। ਧੰਨਵਾਦ ਜੀ। ਹਾਂਜੀ, ਇਹ ਸਨ ਵੀਰ। ਇੱਥੇ ਦੀਪ ਸਿੱਧੂ ਦਾ ਜਿਹੜਾ ਜਨਮ ਦਿਨ ਆ ਉਹ ਮਨਾਇਆ ਜਾ ਰਿਹਾ ਹੈ। ਸੁਖਮਨੀ ਸਾਹਿਬ ਦੇ ਪਾਠ ਕੀਤੇ ਗਏ ਨੇ, ਭੋਗ ਪਾਏ ਗਏ ਨੇ ਅਤੇ
ਕੀਰਤਨ ਕੀਤੇ ਜਾ ਰਹੇ ਨੇ, ਲੰਗਰ ਲਗਾਏ ਗਏ ਨੇ, ਸਬੀਲਾਂ ਲਗਾਈਆਂ ਗਈਆਂ ਨੇ। ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਸੰਗਤਾਂ ਨੇ ਉਹ ਇੱਥੇ ਪਹੁੰਚੀਆਂ ਨੇ। ਦੀਪ ਸਿੱਧੂ ਦੇ ਸਮਰਥਕ ਨੇ ਉਹ ਪਹੁੰਚੇ ਨੇ ਤੇ ਉਹਨਾਂ ਦਾ ਇਹੀ ਕਹਿਣਾ ਹੈ ਕਿ ਅਸੀਂ ਪੰਜਾਬ ਦੇ ਹਿੱਤਾਂ ਲਈ, ਪੰਜਾਬ ਦੀ ਰਾਖੀ ਦੇ ਲਈ ਬਾਈ ਦੀਪ ਸਿੱਧੂ ਦੇ ਨਾਲ ਜੁੜੇ ਹਾਂ ਤੇ ਦੀਪ ਸਿੱਧੂ ਪੰਜਾਬ ਦੀ ਆਵਾਜ਼ ਚੱਕਦਾ ਏ। ਅਸੀਂ ਜਦੋਂ ਤੱਕ ਇਹ ਕਾਨੂੰਨ ਰੱਦ ਨਹੀਂ ਹੋਣਗੇ ਇਸੇ ਤਰ੍ਹਾਂ ਅੰਦੋਲਨ 'ਚ ਡਟੇ ਰਵਾਂਗੇ ਤੇ ਇਹ ਕਾਨੂੰਨ ਰੱਦ ਕਰਵਾ ਕੇ ਹੀ ਇੱਥੋਂ ਵਾਪਸ ਜਾਵਾਂਗੇ। ਕੈਮਰਾਮੈਨ ਜਤਿੰਦਰ ਟਿਵਾਣਾ ਦੇ ਨਾਲ ਮਨਵਿੰਦਰ ਸਿੰਘ ਟਿਵਾਣਾ, ਪੰਜਾਬੀ ਲੋਕ ਚੈਨਲ, ਕੁੰਡਲੀ ਬਾਰਡਰ।